तो फिर ड्रामा करदा क्यों हर न्यूज़पेपर हर जगह ते दस्सिया जाता है कि सिक्योरिटी असीं इन्ने बंदे दी वापस लई। ਪਹਿਲੀ ਗੱਲ ਤਾਂ ਇਹਨਾਂ ਨੂੰ ਤਜਰਬਾ ਨਹੀਂ ਹੈਗਾ। ਦੂਜੀ ਗੱਲ ਮੈਂ ਇੱਕ ਸਮਝਦਾ ਹੈਗਾ ਨਾਲ ਕਿ ਇਹਨਾਂ 'ਚ ਹੋਛਾਪਣ ਔਰ ਉਛਲਾਪਣ ਜ਼ਿਆਦਾ ਹੈਗਾ। ਇਹ ਜਿਹੜੀ ਗੱਲ ਕਰਦੇ ਆ ਉਸ ਦਾ ਡਰਾਮਾ ਜ਼ਿਆਦਾ ਕੀਤਾ ਜਾਂਦਾ ਹੈ। ਮਿਸਟਰ ਧਾਲੀਵਾਲ ਜਿਹੜੇ ਹੈਗੇ ਆ ਟਰੈਕਟਰਾਂ ਦੇ ਉੱਤੇ ਤੁਰੇ ਫਿਰਦੇ ਆ। ਮੈਂ ਜਿਹੜਾ ਪਹਿਲਾਂ ਉਛਲਾਪਣ ਦੀ ਗੱਲ ਕੀਤੀ ਹੈਗੀ ਆ, ਕੀ ਇਹ ਐਮਐਲਏਆਂ ਦੇ ਕੰਮ ਹੈ? ਨਾ ਕਿ ਇਹਨਾਂ ਨੇ ਇਹ ਕੀ ਕਰਦੇ ਕੀ ਫਿਰਦੇ ਹੈਗੇ। ਮੈਂ ਤਾਂ ਹੈਰਾਨ ਹੈ ਕਿ ਇਹਨਾਂ ਦੀ ਇਹ ਸਿਸਟਮ ਕੀ ਪੜਿਆ ਵਾ ਇਹਨਾਂ ਨੇ। ਹਰ ਬੰਦਾ ਆਪਣੀ ਸਕਿਨ ਸੇਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਹਰ ਬੰਦਾ ਝੂਠ ਬੋਲ ਰਿਹਾ, ਹਰ ਬੰਦੇ ਨੂੰ ਕੋਈ ਪਰਵਾਹ ਨਹੀਂ ਹੈਗੀ ਕਿ ਕਿਸੇ ਦੇ ਪਰਿਵਾਰ ਦਾ ਇੱਕ ਜੀ ਗਿਆ ਹੈਗਾ, ਕੱਲਾ ਬੱਚਾ ਗਿਆ ਹੈਗਾ, ਉਹਦੀ ਮਾਂ ਕਿਵੇਂ ਤੜਫ ਤੜਫ ਕੇ ਸਾਰੀ ਜ਼ਿੰਦਗੀ ਮਰੂਗੀ। पर जब एक बंदे नूं जान दा ही खतरा है कि ਉਹਦੀ ਵੀ ਸਿਕਿਉਰਿਟੀ ਇਸ ਤਰੀਕੇ ਨਾਲ ਵਿਡਰਾ ਕੀਤੀ ਜਾ ਸਕਦੀ ਹੈ। ਤੇ ਸਿੱਧੂ ਮੂਸੇਵਾਲਾ ਨੂੰ ਨਾ ਜਿਹੜਾ ਹੈਗਾ ਸੀਬੀਆਈ ਵੱਲੋਂ ਜਿਹੜੀ ਹੈਗੀ ਆ, ਜਿਹੜੀ ਉਹਨਾਂ ਨੇ ਇਹਨਾਂ ਨੂੰ ਰਿਪੋਰਟ ਕਰੀ ਨਾ, ਉਹਦੇ ਵਿੱਚ ਜਿਹੜੀ ਹੈਗੀ ਆ ਥ੍ਰੈਟ ਪਰਸੈਪਸ਼ਨ ਹੈਗੀ। ਉਹ ਕਹਿੰਦੇ ਇਸਕੇ ਪਾਸ ਇੱਕ बुलेट प्रूफ गाड़ी थी, ये उसमें नहीं गया। मैं पूछता है इन्होंने दती सी ਉਹਦੀ ਪਰਸਨਲ ਸੀ ਕੀ ਇਹਨਾਂ ਨੇ ਕੋਈ ਡਾਇਰੈਕਸ਼ਨ ਕਰੀ ਸੀ ਵੀ ਤੂੰ ਜਿਹੜੀ ਹੈਗੀ ਆ ਬੁਲਟ ਪ੍ਰੂਫ ਗੱਡੀ ਤੋਂ ਬਿਨਾਂ ਜਾ ਨਹੀਂ ਸਕਦਾ? ਫਿਰ ਤੀਜੀ ਗੱਲ, ਜਿਹੜਾ ਬੰਦਾ ਬੁਲਟ ਪ੍ਰੂਫ ਗੱਡੀ ਰੱਖ ਰਿਹਾ ਹੈਗਾ, ਇਹਦਾ ਮਤਲਬ ਉਹਨੂੰ ਥ੍ਰੈਟ ਪਰਸੈਪਸ਼ਨ ਕਿੰਨੀ ਹੋਊਗੀ? भाई कटो ना, मैं तो कहना यार ये जी घल्लूघारा के संबंध में हमें कहना वो सिक्योरिटी है जो वापस लेनी पड़ती। मैं उन्होंने पूछना है कि घल्लूघारा मनाया कितने जाना? अकाल तख्त ते। अकाल तख्त ਦੇ ਜਥੇਦਾਰ ਨੂੰ ਸਭ ਤੋਂ ਵੱਧ ਜਿਹੜੀ ਹੈਗੀ ਥ੍ਰੈਟ ਪਰਸੈਪਸ਼ਨ ਹੋਣੀ ਚਾਹੀਦੀ ਹੈ। ਤੁਸੀਂ ਉਹਦੀ ਵੀ ਖੋਲੀ। ਤੁਸੀਂ ਪੰਜਾਬ ਤੋਂ ਬਾਹਰ ਜਿਹੜੇ ਹੈਗੇ ਆ ਰਾਘਵ ਚੱਡਾ ਵਰਗੇ ਤੇ ਤੁਸੀਂ ਕੇਜਰੀਵਾਲ ਵਰਗੇ, ਉਹਨਾਂ ਤੁਸੀਂ ਜਿਹੜੇ ਹੈਗੇ ਆ 90 45 ਗਨਮੈਨ ਦੇਈ ਬੈਠੇ ਆ। ਜੋ ਦੂਸਰੇ ਪਾਸੇ ਤੁਸੀਂ ਆਪ 850 ਗਨਮੈਨ ਲਈ ਬੈਠੇ ਜਿਹੜਾ ਆਮ ਆਦਮੀ ਸੀ। ਮੈਂ ਸਮਝਦਾ ਹੈਗਾ ਕਿ ਇਸ ਮੁਲਕ ਦਾ ਵਾਲੀ ਵਾਰਸ ਜਿਹੜਾ ਹੈਗਾ ਹੁਣ ਪ੍ਰਮਾਤਮਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਹੈ। ਕਤਲ ਤੋਂ ਪਹਿਲਾਂ ਸਿਕਿਉਰਿਟੀ ਹੈ ਜਿਹੜੀ ਉਹ ਸਰਕਾਰ ਵੱਲੋਂ ਵਾਪਸ ਬੁਲਾ ਲਿੱਤੀ ਜਾਂਦੀ ਹੈ। ਕੱਲੇ ਸਿੱਧੂ ਮੂਸੇਵਾਲੇ ਦੇ ਨਹੀਂ, ਬਾਕੀਆਂ ਕਾਫੀ ਜਾਣਿਆਂ ਦੀ 400 ਦੇ ਕਰੀਬ ਜਿਹੜੇ ਲੋਕ ਨੇ ਸਿਕਿਉਰਿਟੀ ਜਿਹੜੀ ਵਾਪਸ ਲੈ ਲਿੱਤੀ ਜਾਂਦੀ ਹੈ। ਤੇ ਲਿਸਟ ਆ ਜਿਹੜੀ ਉਹ ਅਖਬਾਰਾਂ 'ਚ ਹਰ ਚੈਨਲਾਂ ਤੇ ਵੀ ਆ ਜਾਂਦੀ ਹੈ। ਲਿਸਟ ਕਿਸਨੇ ਲੀਕ ਕੀਤੀ, ਕਿਉਂ ਲੀਕ ਕੀਤੀ, ਕੌਣ ਪਿੱਛੇ ਆ, ਇਹ ਬਹੁਤ ਸਾਰੇ ਸਵਾਲ ਖੜੇ ਹੋ ਚੁੱਕੇ ਸੀ। ਤੇ ਹੁਣ ਹਾਈ ਕੋਰਟ ਨੇ ਵੀ ਇਸ ਦਾ ਜਵਾਬ ਮੰਗਿਆ ਕਿ ਇਸ ਤਰੀਕੇ ਦੀ ਜਿਹੜੇ ਗੁਪਤ ਜਿਹੜੇ ਡਾਕੂਮੈਂਟ ਨੇ ਉਹ ਲੀਕ ਹੋਣੇ ਕਿਸਨੇ ਕੀਤੇ, ਕੌਣ ਜ਼ਿੰਮੇਵਾਰ ਹੈ, ਉਹ ਦੱਸਿਆ ਜਾਵੇ। ਹਾਈ ਕੋਰਟ ਦੇ ਜਵਾਬ ਮੰਗਣ ਦੇ ਉੱਤੇ ਵੀ ਚਰਚਾ ਕਰਾਂਗੇ। ਨਾਲ ਦੀ ਨਾਲ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਪੰਜਾਬ ਦੇ ਮਾਹੌਲ ਉੱਤੇ ਵੀ ਤੇ ਗੈਂਗਸਟਰ ਜਿਸ ਤਰੀਕੇ ਨਾਲ ਵਰਕ ਕਰ ਰਹੇ ਉਸ ਉੱਤੇ ਵੀ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ ਅਮਰਦੀਪ ਧਾਰਨੀ ਹੋਣੀ। ਤਾਲੀ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਥੈਂਕ ਯੂ। ਤਾਲੀ ਸਾਹਿਬ, ਸਭ ਤੋਂ ਪਹਿਲਾਂ ਹਾਈ ਕੋਰਟ ਦਾ ਜਿਹੜਾ ਇਹ ਬਿਆਨ ਹੋਣਾ, ਇਹਦੇ ਉੱਤੇ ਟਿੱਪਣੀ ਕਰਨੀ ਉਹ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ, ਕਿਉਂਕਿ ਲਗਾਤਾਰ ਸਵਾਲ ਉੱਠ ਰਹੇ ਸੀ ਵੀ ਸਿਕਿਉਰਿਟੀ ਠੀਕ ਹੈ, ਸਿਕਿਉਰਿਟੀ ਤੁਸੀਂ ਵਾਪਸ ਲੈਂਦੇ ਹੋ, ਤੇ ਫਿਰ ਇਹ ਡਰਾਮਾ ਕਰਦਾ ਕਿਉਂ ਹਰ ਨਿਊਜ਼ਪੇਪਰ ਹਰ ਜਗ੍ਹਾ ਤੇ ਦੱਸਿਆ ਜਾਂਦਾ ਹੈ ਕਿ ਸਿਕਿਉਰਿਟੀ ਅਸੀਂ ਇੰਨੇ ਬੰਦੇ ਦੀ ਵਾਪਸ ਲਿੱਤੀ ਹੈ। ਦੇਖੋ, ਕਿਤੇ ਨਾ ਕਿਤੇ ਇਹ ਗੱਲ ਸਾਬਤ ਸੱਚ ਹੋ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਉਹ ਸਾਰੀਆਂ ਨੇ ਇਹ ਗੱਲ ਕੀਤੀ ਹੈਗੀ ਆ ਕਿ ਇਹ ਜਿੰਨੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਹੈਗੇ ਆ, ਪਹਿਲੀ ਗੱਲ ਤਾਂ ਇਹਨਾਂ ਨੂੰ ਤਜਰਬਾ ਨਹੀਂ ਹੈਗਾ। ਦੂਜੀ ਗੱਲ, ਮੈਂ ਇੱਕ ਸਮਝਦਾ ਹੈਗਾ ਨਾਲ ਕਿ ਇਹਨਾਂ 'ਚ ਹੋਛਾਪਣ ਔਰ ਉਛਲਾਪਣ ਜ਼ਿਆਦਾ ਹੈਗਾ। ਇਹ ਜਿਹੜੀ ਗੱਲ ਕਰਦੇ ਆ ਉਸ ਦਾ ਡਰਾਮਾ ਜ਼ਿਆਦਾ ਕੀਤਾ ਜਾਂਦਾ ਹੈ ਔਰ ਲੋਕਾਂ ਨੂੰ ਉਹਦੇ ਵਿੱਚ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨੂੰ ਸੋਸ਼ਲ ਮੀਡੀਆ ਤੇ ਉਭਾਰਨ ਔਰ ਉਛਾਲਣ ਦੀ ਗੱਲ ਕਰੀ ਜਾਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ, ਦੇਖੋ ਬਹੁਤ ਸਾਰੇ ਸਰਕਾਰ ਦੇ ਕੰਮ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਸਰਕਾਰ ਦੀ ਭੂਮਿਕਾ ਕੀ ਹੈਗੀ ਆ, ਸਰਕਾਰ ਜਿਹੜੀ ਹੈਗੀ ਕੀ ਕਰ ਰਹੀ ਹੈ, ਕਿ ਸਰਕਾਰ ਨੇ ਕਿਹੜੀ ਚੀਜ਼ ਨੂੰ ਨਸ਼ਰ ਕਰਨਾ, ਕਿਹੜੀ ਚੀਜ਼ ਨੂੰ ਜਿਹੜਾ ਹੈਗਾ ਹਾਈਡ ਕਰਨਾ, ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਰਹੋਗੇ
ਦੇਖੋ ਇੱਕ ਬਿਲਕੁਲ ਸਪਸ਼ਟ ਜੀ ਗੱਲ ਹੈਗੀ ਆ। ਮੈਂ ਇੱਕ ਆਪਣਾ ਇੱਕ ਮਰਡਰ ਕੇਸ ਬਾਰੇ ਆਪਣੇ ਬਾਰੇ ਪੜ੍ਹ ਰਿਹਾ ਸੀ, ਤਾਂ ਉਹਦੇ ਵਿੱਚ ਕੀ ਸੀ ਕਿ ਜਿਸ ਇਨਸਾਨ ਦਾ ਮਰਡਰ ਹੋਇਆ ਸੀ, ਉਸ ਮਰਡਰ ਜਿਹੜਾ ਹੈਗਾ ਉਹਨੂੰ ਕਰਾਉਣ ਪਿੱਛੇ ਉਹਦੇ ਹੀ ਇੱਕ ਦੋਸਤ ਦਾ ਨਾਂ ਸੀ। ਉਸ ਨੇ ਬੰਦੇ ਨੇ ਜਿਹੜਾ ਹੈਗਾ ਸੀ ਜਾਣਕਾਰੀ ਦਿੱਤੀ ਕਿ ਅੱਜ ਇਹ ਇਕੱਲਾ ਹੈ, ਇਹ ਫਲਾਣੀ ਥਾਂ ਤੇ ਜਾਏਗਾ, ਇਹਦੇ ਕੋਲ ਜਿਹੜਾ ਲਾਇਸੈਂਸੀ ਰਿਵਾਲਵਰ ਹੁੰਦਾ ਉਹ ਕੋਲ ਨਹੀਂ ਹੈਗਾ, ਇਹ ਅੱਜ ਨਿਹੱਥ ਹੈ, ਔਰ ਉਹਨੂੰ ਜਿਹੜਾ ਹੈਗਾ ਦਿਨ ਦਿਹਾੜੇ ਜਿਹੜਾ ਹੈਗਾ ਮਾਰ ਦਿੱਤਾ ਜਾਂਦਾ ਹੈ। ਔਰ ਸੇਮ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਸੇਮ ਜਿਹੜੀ ਹੈਗੀ ਹੈ ਘਟਨਾ ਵਾਪਰੀ ਹੈਗੀ ਆ। ਔਰ ਉਸ ਦੇ ਵਿੱਚ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਊਟਕਮਸ ਕੀ ਹੈਗੀਆਂ ਉਹ ਬਾਅਦ ਦੇ ਵਿੱਚ ਪਤਾ ਲੱਗੂਗਾ। ਪਰ ਮੈਂ ਸਮਝਦਾ ਕਿ ਉਹ ਜਿਹੜਾ ਮੈਂ ਕੇਸ ਦੀ ਜ਼ਿਕਰ ਕੀਤਾ ਹੈਗਾ, ਅੱਜ ਮੈਂ ਜਦੋਂ ਸੋਚਦਾ ਹਾਂ ਨਾ, ਤਾਂ ਮੈਨੂੰ ਲੱਗਦਾ ਕਿ ਉਹ ਦੋਸਤ ਸਿੱਧੂ ਵਾਲੇ ਮੂਸੇ ਵਾਲੇ ਕੇਸ ਦੇ ਵਿੱਚ ਉਹ ਹੈਗੀ ਆ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਜਿਹੜੀ ਸਾਰੇ ਗੈਂਗਸਟਰਸ ਨੂੰ, ਸਾਰੇ ਜਿਹੜੇ ਹੈਗੇ ਆ ਉਹਦੇ ਵਿਰੋਧੀਆਂ ਨੂੰ ਇਹ ਪਹਿਲਾਂ ਹੀ ਅਗਵਾ ਕਰ ਰਹੀ ਹੈਗੀ ਹੈ ਕਿ ਅਸੀਂ ਫਲਾਂ 424 ਬੰਦਿਆਂ ਤੋਂ ਜਿਹੜੀ ਹੈਗੀ ਸਿਕਿਉਰਿਟੀ ਵਾਪਸ ਲੈ ਲਈ, ਲਓ ਜੀ ਹੁਣ ਉਹਨੂੰ ਹੱਤੇ ਹੈਗੇ ਆ, ਤੁਸੀਂ ਜਿਹੜੀ ਕਾਰਵਾਈ ਕਰਨੀ ਹੈ ਕਰੋ। ਔਰ ਇਸ ਗੱਲ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਤਾਂ ਨੈਚੁਰਲੀ ਹੈ ਕਿ ਆਨਰੇਬਲ ਹਾਈ ਕੋਰਟ ਹੈ ਜਿਹੜੀ, ਕਿ ਕਿਸ ਤਰ੍ਹਾਂ ਤੁਸੀਂ ਡਾਕੂਮੈਂਟ ਲੀਕ ਕਰਦੇ ਹੈਗੇ ਆ, ਕਿਸ ਤਰ੍ਹਾਂ ਤੁਸੀਂ ਵਾਹਵਾਹੀ ਖੱਟਣ ਵਾਸਤੇ ਤੁਸੀਂ ਹਰ ਚੀਜ਼ ਤੇ ਉੱਤੇ ਲਾਈਵ ਹੋ ਜਾਂਦੇ ਆ। ਤੁਸੀਂ ਇੱਕ ਜਾ ਕੇ ਮਾਈਨਿੰਗ ਫੜਦੇ ਹੈਗੇ ਆ, ਉੱਥੇ ਲਾਈਵ ਹੋ ਜਾਂਦੇ ਹੈਗੇ ਆ। ਤੁਸੀਂ ਪਿਛਲੇ ਟਾਈਮਾਂ ਦੇ ਵਿੱਚ ਮੈਂ ਕਹਿੰਦਾ ਆਨਰੇਬਲ ਹਾਈ ਕੋਰਟ ਨੂੰ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜ਼ਮੀਨਾਂ ਚੜਾਈਆਂ, ਮੈਂ ਪੁੱਛਦਾ ਕਿ ਇਹ ਕਾਨੂੰਨ ਹੈ, ਇਹ ਜੱਜ ਹੈ, ਕੀ ਇਹ ਪੁਲਿਸ ਹੈ? ਇਹ ਜਿਹੜੇ ਮਿਸਟਰ ਧਾਲੀਵਾਲ ਜਿਹੜੇ ਹੈਗੇ ਆ ਟਰੈਕਟਰਾਂ ਦੇ ਉੱਤੇ ਤੁਰੇ ਫਿਰਦੇ ਆ, ਮੈਂ ਜਿਹੜਾ ਪਹਿਲਾਂ ਹੁਸ਼ਲਾਪਣ ਦੀ ਗੱਲ ਕੀਤੀ ਹੈਗੀ ਆ, ਕੀ ਇਹ ਐਮਐਲਏਆਂ ਦੇ ਕੰਮ ਹੈ? ਇਹ ਲੋਕ ਕੌਣ ਹੁੰਦੇ ਆ? ਇਹ ਲੋਕ ਮੈਂਬਰ ਆਫ ਦਾ ਲੈਜਿਸਲੇਟਿਵ ਅਸੈਂਬਲੀ ਆ। ਇਹਨਾਂ ਨੇ ਇੱਕ ਅਸੈਂਬਲੀ ਦੇ ਵਿੱਚ ਲੈਜਿਸਲੇਸ਼ਨ ਬਣਾਉਣਾ, ਨਾ ਕਿ ਇਹਨਾਂ ਨੇ ਇਹ ਕੀ ਕਰਦੇ ਕੀ ਫਿਰਦੇ ਹੈਗੇ। ਮੈਂ ਤਾਂ ਹੈਰਾਨ ਹੈ ਕਿ ਇਹਨਾਂ ਦੀ ਇਹ ਸਿਸਟਮ ਕੀ ਪੜਿਆ ਵਾ ਇਹਨਾਂ ਨੇ। ਸੋ ਇਹਨਾਂ ਟਾਈਮਾਂ ਦੇ ਵਿੱਚ ਉਹ ਦੇਖੋ, ਮੈਂ ਇੱਕ ਗੱਲ ਕਰਾਂ, ਜੇ ਮੈਂ ਗੁਰਬਾਣੀ ਤੇ ਜਾਵਾਂ ਤਾਂ ਅੱਜ ਮੈਨੂੰ ਇਹ ਲੱਗਦਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਕਰੀਬਨ 5.5 ਪੌਣੇ 600 ਸਾਲ ਪਹਿਲਾਂ ਜਦੋਂ ਲਿਖਿਆ ਸੀ ਕਿ ਰਾਜਾ ਸਿੰਘ ਮੁਕੱਦਮ ਕੁੱਤੇ, ਉਹ ਗੱਲ ਜਿਹੜੀ ਹੈਗੀ ਹੈ ਮੈਨੂੰ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀ ਜਾ ਰਹੀ ਹੈਗੀ ਆ। ਹਰ ਬੰਦਾ ਹਿਪੋਕਰੇਟ ਹੈ, ਹਰ ਬੰਦਾ ਆਪਣੀ ਸਕਿਨ ਸੇਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਹਰ ਬੰਦਾ ਝੂਠ ਬੋਲ ਰਿਹਾ, ਹਰ ਬੰਦੇ ਨੂੰ ਕੋਈ ਪਰਵਾਹ ਨਹੀਂ ਹੈਗੀ ਕਿ ਕਿਸੇ ਦੇ ਪਰਿਵਾਰ ਦਾ ਇੱਕ ਜੀ ਗਿਆ ਹੈਗਾ, ਕੱਲਾ ਬੱਚਾ ਗਿਆ ਹੈਗਾ, ਉਹਦੀ ਮਾਂ ਕਿਵੇਂ ਤੜਫ ਤੜਫ ਕੇ ਸਾਰੀ ਜ਼ਿੰਦਗੀ ਮਰੂਗੀ, ਕਿਵੇਂ ਉਹਦਾ ਪਿਓ ਸਾਰੀ ਜ਼ਿੰਦਗੀ ਤੜਫ ਤੜਫ ਕੇ ਹੌਂਕਿਆਂ ਦੇ ਨਾਲ ਮਰੂਗਾ, ਔਰ ਹਰ ਹੌਂਕੇ ਦੇ ਨਾਲ ਕਿਸ ਤਰ੍ਹਾਂ ਉਹ ਬਦਦੁਆਵਾਂ ਦਊਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰਾਂ ਨੂੰ, ਸਰਕਾਰ ਚਲਾਉਣ ਦੇ ਨਾਲ ਨਾਲ ਜਿਹੜਾ ਪ੍ਰਮਾਤਮਾ ਨੇ ਸਾਡੇ ਅੰਦਰ ਇੱਕ ਦਿਲ ਦਿੱਤਾ ਹੈ ਨਾ, ਉਸ ਦਿਲ ਨੂੰ ਜਿਹੜਾ ਹੈਗਾ ਸਮਝਾ ਕੇ ਉਸ ਦਿਲ ਦੀ ਵੀ ਗੱਲ ਮੰਨਣੀ ਚਾਹੀਦੀ ਹੈਗੀ ਆ। ਇਹ ਨਹੀਂ ਹੈਗਾ ਕਿ ਤੁਸੀਂ ਇੱਕ ਇਨਸਾਨ ਦੀ ਜਿਹੜੀ ਹੈਗੀ ਸਿਕਿਉਰਿਟੀ ਵਾਪਸ ਲੈ ਕੇ, ਠੀਕ ਹੈ ਨਹੀਂ, ਤੇ ਸਿਕਿਉਰਿਟੀ ਵਾਪਸ ਲੈ ਕੇ ਉਸ ਦਾ ਜਿਹੜਾ ਹੈਗਾ ਢੰਡੋਰਾ ਪਿੱਟ ਰਹੇ ਆ ਕਿ ਉਹਦੇ ਕੋਲ ਹੁਣ ਸਿਕਿਉਰਿਟੀ ਨਹੀਂ ਹੈਗੀ। ਜਦੋਂ ਕਹਿ ਰਿਹਾ ਬੰਦਾ ਮੇਰੀ ਜਾਨ ਨੂੰ ਖਤਰਾ ਆ, ਕਿ ਕੀ ਵਾਕਈ ਜਿਹੜੀ ਸਰਕਾਰ ਹੈ ਹੁਣ ਉਹ ਘੱਲੂਘਾਰੇ ਦਾ ਹਵਾਲਾ ਦਿੰਦੀ ਹੈ ਜਾਂ ਪੁਲਿਸ ਘੱਲੂਘਾਰੇ ਦਾ ਹਵਾਲਾ ਦਿੰਦੀ ਹੈ ਕਿ ਘੱਲੂਘਾਰੇ ਦੇ ਮੱਦੇ ਨਜ਼ਰ ਅਸੀਂ ਸਿਕਿਉਰਿਟੀ ਜੀ ਵਾਪਸ ਵਿਡਰਾ ਕੀਤੀ ਸੀ, ਪਰ ਜਦ ਇੱਕ ਬੰਦੇ ਨੂੰ ਜਾਨ ਦਾ ਹੀ ਖਤਰਾ ਹੈ ਕਿ ਉਹਦੀ ਵੀ ਸਿਕਿਉਰਿਟੀ ਇਸ ਤਰੀਕੇ ਨਾਲ ਵਿਡਰਾ ਕੀਤੀ ਜਾ ਸਕਦੀ ਹੈ। ਤੁਸੀਂ ਬੜੀ ਹੈਰਾਨਗੀ ਦੀ ਗੱਲ ਹੈ, ਤੁਹਾਡਾ ਬੜਾ ਵਧੀਆ ਕੁਐਸਚਨ ਹੈਗਾ। ਤੁਸੀਂ ਜਿਹੜੀ ਦੇਖੋ, ਇਹ ਸਿੱਧੂ ਮੂਸੇਵਾਲਾ ਨੂੰ ਨਾ ਜਿਹੜਾ ਹੈਗਾ CBI ਵੱਲੋਂ ਜਿਹੜੀ ਹੈਗੀ ਆ, ਜਿਹੜੀ ਉਹਨਾਂ ਨੇ ਇਹਨਾਂ ਨੂੰ ਰਿਪੋਰਟ ਕਰੀ ਨਾ, ਉਹਦੇ ਵਿੱਚ ਜਿਹੜੀ ਹੈਗੀ ਆ ਥ੍ਰੈਟ ਪਰਸੈਪਸ਼ਨ ਹੈਗੀ ਹੈ, ਉਸ ਦੇ ਮੁਤਾਬਕ ਇਹਦੀ ਸਿਕਿਉਰਿਟੀ ਵਧਾਉਣੀ ਚਾਹੀਦੀ ਸੀ। ਔਰ ਦੂਜੀ ਗੱਲ, ਮੈਂ ਹੈਰਾਨ ਹੈ, ਮੈਂ ਤਾਂ ਮਤਲਬ ਬਾਰੇ ਜਾਈਏ ਨਾ ਲੋਕਾਂ ਦੇ ਕਿ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਮੈਂ ਕੱਲ DGP ਸਾਹਿਬ ਦੀ ਇੰਟਰਵਿਊ ਸੁਣ ਰਿਹਾ ਸੀ, ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹ ਕਹਿੰਦੇ ਇਸਕੇ ਪਾਸ ਇੱਕ बुलेट प्रूफ गाड़ी थी, ये उसमें नहीं गया। मैं ਪੁੱਛਦਾ ਇਹਨਾਂ ਨੇ ਦਿੱਤੀ ਸੀ, ਉਹਦੀ ਪਰਸਨਲ ਸੀ, ਜੇ ਉਹ ਲੰਬੇ ਰੂਟਾਂ ਤੇ ਜਾਂਦਾ ਸੀ, ਕਿਤੇ ਹੋਰ ਪਾਸੇ ਜਾਂਦਾ ਸੀ, ਉਹ ਆਪਣੀ ਲੈ ਜਾਂਦਾ ਸੀ,
ਕੀ ਇਹਨਾਂ ਨੇ ਕੋਈ ਡਾਇਰੈਕਸ਼ਨ ਕਰੀ ਸੀ ਵੀ ਤੂੰ ਜਿਹੜੀ ਹੈਗੀ ਆ ਬੁਲਟ ਪ੍ਰੂਫ ਗੱਡੀ ਤੋਂ ਬਿਨਾਂ ਜਾ ਨਹੀਂ ਸਕਦਾ? ਫਿਰ ਤੀਜੀ ਗੱਲ, ਜਿਹੜਾ ਬੰਦਾ ਬੁਲਟ ਪ੍ਰੂਫ ਗੱਡੀ ਰੱਖ ਰਿਹਾ ਹੈਗਾ, ਇਹਦਾ ਮਤਲਬ ਉਹਨੂੰ ਥ੍ਰੈਟ ਪਰਸੈਪਸ਼ਨ ਕਿੰਨੀ ਹੋਊਗੀ? ਇਹ ਤੁਸੀਂ ਸੋਚਣ ਵਾਲੀ ਗੱਲ ਹੈਗੀ ਹੈ। ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਕਿ ਜੀ 2 ਸਿਕਿਉਰਿਟੀ ਵਾਲੇ ਹੈਗੇ ਆ ਔਰ ਉनको ਸਾਥ ਨਹੀਂ ਲੈ ਕੇ ਗਿਆ। ਦੇਖੋ ਉਹਦੇ ਕੋਲ ਹਥਿਆਰ ਹੈਗੇ ਸੀ, ਇਹ ਵੀ ਪਤਾ ਲੱਗ ਰਿਹਾ ਕਿ ਉਹਨੇ ਵੀ ਸ਼ਾਇਦ ਅੱਗੇ ਤੋਂ ਕਿਸੇ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰੀ ਹੈ। ਪਰ ਮੈਂ ਹੈਰਾਨ ਇਸ ਗੱਲ ਤੋਂ ਹੋ ਰਿਹਾ ਹੈਗਾ ਕਿ 2 ਗਨਮੈਨ ਜਿਹੜੇ ਹੈਗੇ ਆ ਉਹ ਘਰ ਸੰਭਾਲਣਗੇ ਜਾਂ ਉਹਨੂੰ ਸੰਭਾਲਣਗੇ? ਔਰ ਦੂਜੀ ਗੱਲ, ਉਹ ਲੋਕਲ ਗਿਆ ਹੈਗਾ ਨੇੜੇ ਨੇੜੇ, ਹੁਣ ਕੀ ਉਹ ਆਪਣੇ ਉਹ ਤਾਂ ਟਰੈਕਟਰ ਤੇ ਘੁੰਮਦਾ ਰਹਿੰਦਾ, ਬੁਲਟ ਤੇ ਘੁੰਮਦਾ ਰਹਿੰਦਾ ਸੀ, ਤੇ ਉਹ ਹਰ ਟਾਈਮ ਦੇ ਉੱਤੇ ਇੱਕ ਜਿਵੇਂ ਸਿਕਿਉਰਿਟੀ ਹੈਗੀ ਹੈ ਜਿਹੜੀ, ਉਹ ਕਿਵੇਂ ਲੈ ਕੇ ਜਾਊਗਾ? ਪਰ ਸਵਾਲ ਇਹ ਹੈਗਾ, ਔਰ ਤੀਜੀ ਗੱਲ ਜਿਹੜੀ ਉਹਨਾਂ ਨੇ ਬੜੀ ਵਧੀਆ ਕੀਤੀ, ਵਧੀਆ नहीं मैं कहूँगा कि हैरानीजनक ਕੀਤੀ, उन्होंने कहा कि जी घल्लूघारा के संबंध में हमें कहता वो सिक्योरिटी है जो वापस लेनी पड़ रही थी। मैं उन्होंने पूछना है कि घल्लूघारा मनाया किथे जाना? अकाल तख्त ते। ਅਕਾਲ ਤਖਤ ਦੇ ਜਥੇਦਾਰ ਨੂੰ ਸਭ ਤੋਂ ਵੱਧ ਜਿਹੜੀ ਹੈਗੀ ਥ੍ਰੈਟ ਪਰਸੈਪਸ਼ਨ ਹੋਣੀ ਚਾਹੀਦੀ ਹੈ, ਤੁਸੀਂ ਉਹਦੀ ਵੀ ਖੋਲੀ, ਤੁਸੀਂ ਤਖਤ ਕੇਸਗੜ੍ਹ ਸਾਹਿਬ ਦੇ ਦੀ ਵੀ ਖੋਲੀ, ਤੁਸੀਂ ਛੱਡਿਆ ਕੌਣ? ਔਰ ਦੂਜੇ ਪਾਸੇ ਜਿਨ੍ਹਾਂ ਦੀ ਅੱਜ ਤੱਕ ਕੋਈ ਜਾਣਦਾ ਨਹੀਂ ਹੈਗਾ। ਦੇਖੋ ਮੈਂ ਇੰਨੀ ਦੇਰ ਹੋ ਗਈ ਮੈਨੂੰ ਦੁਨੀਆ ਦੇ ਵਿੱਚ, ਇਸ ਸਿਆਸਤ ਦੇ ਵਿੱਚ, ਇਸ ਵਕਾਲਤ ਦੇ ਵਿੱਚ, ਮੈਂ ਅੱਜ ਤੱਕ ਕਦੇ ਭਗਵੰਤ ਮਾਨ ਸਾਹਿਬ ਦੀ ਭੈਣ ਦਾ ਨਾਂ ਨਹੀਂ ਜਾਣਦਾ, ਮੈਂ ਉਹਨਾਂ ਨੂੰ ਕਦੇ ਦੇਖਿਆ ਨਹੀਂ। ਮੈਂ ਉਹਨਾਂ ਦੀ ਮਾਤਾ ਦਾ ਨਾਂ ਨਹੀਂ ਜਾਣਦਾ, ਮੈਂ ਉਹਨੂੰ ਕਦੇ ਦੇਖਿਆ ਨਹੀਂ। ਤੁਸੀਂ ਉਹਨਾਂ ਨੂੰ 25-25 ਗਨਮੈਨ ਦੇਈ ਬੈਠੇ ਹੈਗੇ ਆ। ਤੁਸੀਂ ਪੰਜਾਬ ਤੋਂ ਬਾਹਰ ਜਿਹੜੇ ਹੈਗੇ ਆ, ਰਾਘਵ ਚੱਡਾ ਵਰਗੇ ਤੇ ਤੁਸੀਂ ਕੇਜਰੀਵਾਲ ਵਰਗੇ, ਉਹਨਾਂ ਤੁਸੀਂ ਜਿਹੜੇ ਹੈਗੇ ਆ 90-90 45-45 ਗਨਮੈਨ ਦੇਈ ਬੈਠੇ ਆ। ਜੋ ਦੂਸਰੇ ਪਾਸੇ ਤੁਸੀਂ ਆਪ 850 ਗਨਮੈਨ ਲਈ ਬੈਠੇ, ਜਿਹੜਾ ਆਮ ਆਦਮੀ ਸੀ, ਉਹ ਆਮ ਆਦਮੀ ਕਿੱਥੇ ਰਹਿ ਗਿਆ ਹੁਣ? ਸੋ ਸਵਾਲ ਇਹ ਹੈਗਾ ਜੀ ਕਿ ਮੈਂ ਸਮਝਦਾ ਹੈਗਾ ਕਿ ਇਸ ਮੁਲਕ ਦਾ ਵਾਲੀ ਵਾਰਸ ਜਿਹੜਾ ਹੈਗਾ ਹੁਣ ਪ੍ਰਮਾਤਮਾ ਹੈ। ਜਿਵੇਂ ਠੀਕ ਹੈ, ਤੁਸੀਂ ਕਹਿੰਦੇ ਵੀ ਜਿਹੜੇ ਸਿਕਿਉਰਿਟੀ ਦੇ ਬਾਰੇ ਜਾਂ ਢਿੰਡੋਰਾ ਪਿੱਟ ਦਿੱਤਾ ਗਿਆ, ਜਿਹਨੇ ਢਿੰਡੋਰਾ ਪਿੱਟਿਆ ਜਾਂ ਜਿਹਨੇ ਇਹਦਾ ਲੀਕ ਕੀਤੀਆਂ ਡਾਕੂਮੈਂਟ, ਐਸੇ ਡਾਕੂਮੈਂਟ ਜਿਹੜੇ ਸੀਕ੍ਰੇਟ ਹੁੰਦੇ ਨੇ, ਜਦ ਮੈਂ ਇਸ ਮੁੱਦੇ ਤੇ ਜਿਹੜੇ ਐਕਸ-ਡੀਜੀਪੀ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਇਹ ਭਾਈ ਇੱਕ ਚਿੱਠੀ ਦਿੱਤੀ ਜਾਂਦੀ ਹੈ ਉਹ ਬੰਦੇ ਦੇ ਨਾਂ ਤੇ, ਉਹ ਪੜ੍ਹ ਕੇ ਉਹਨੂੰ ਪਾੜ ਦਿੰਦਾ ਕਿਉਂਕਿ ਸੀਕ੍ਰੇਟ ਹੁੰਦਾ, ਤੇ ਜਿਹਨੇ ਲੀਕ ਕੀਤੇ ਨੇ ਕੀ ਉਹਦੇ ਤੇ ਕਾਰਵਾਈ ਕਾਨੂੰਨੀ ਕੋਈ ਬਣਦੀ ਹੈ? ਬਿਲਕੁਲ ਬਣਦੀ ਹੈ, ਪਰ ਕਰੂ ਕੌਣ? ਕਰੂ ਕੌਣ? ਦੇਖੋ 2 ਚੀਜ਼ਾਂ ਹੈਗੀਆਂ, ਇੱਕ ਐਗਜ਼ੀਕਿਊਸ਼ਨ ਏਜੰਸੀਜ਼ ਹੈਗੀਆਂ, ਇੱਕ ਹੈਗੀਆਂ ਜੁਡੀਸ਼ੀਅਲ ਏਜੰਸੀਜ਼ ਹੈਗੀਆਂ। ਜੁਡੀਸ਼ਰੀ ਨੇ ਫੈਸਲੇ ਲੈਣੇ ਆ, ਐਗਜ਼ੀਕਿਊਸ਼ਨ ਉਹਨਾਂ ਦੀ ਕਿਹਨੇ ਕਰਨੀ ਹੈਗੀ? ਸਰਕਾਰਾਂ ਨੇ। ਔਰ ਸਰਕਾਰ ਆਪਣੇ ਤੇ ਐਗਜ਼ੀਕਿਊਸ਼ਨ ਕਿਉਂ ਕਰੂਗੀ? ਔਰ ਉਹਨੂੰ ਜਿਹੜਾ ਹੈਗਾ ਠੰਡੇ ਬਸਤਿਆਂ ਦੇ ਵਿੱਚ ਪਾਊਗੀ। ਜਿਵੇਂ ਇਸ ਦੇ ਮਾਮਲੇ ਦੇ ਵਿੱਚ ਅੱਜ 5 ਡਾਕਟਰਾਂ ਦਾ ਬੋਰਡ ਬਣਾਤਾ, ਸਿੱਟ ਬਣਾਤੀ, ਫਲਾਣਾ ਬਣਾਤਾ। ਮੈਂ ਪੁੱਛਦਾ ਕਿ ਹੁਣ ਤੱਕ 70 ਦੇ ਕਰੀਬ ਮਰਡਰ ਹੋ ਚੁੱਕੇ ਹੈਗੇ ਆ ਜਿੱਦਣ ਦੀ ਇਹਦੀ ਸਰਕਾਰ ਆਈ ਹੈ। ਇੱਕ ਦੀ ਆਊਟਕਮ ਦੱਸ ਦਿਓ ਮੈਨੂੰ। ਵਿੱਕੀ ਮਿੱਡੂ ਖੇੜਾ ਦੇ ਮਾਮਲੇ ਦੇ ਵਿੱਚ ਕੀ ਹੋਇਆ? ਦੂਸਰਾ ਜਿਹੜਾ ਹੈਗਾ ਕੇਸ ਆਪਣਾ ਹੋਇਆ ਸੀ ਨੰਗਲ ਅੰਬੀਆਂ ਦਾ, ਉਹਦੇ ਵਿੱਚ ਕੀ ਹੋਇਆ? ਹੋਰ ਕਿਸੇ ਇੱਕ ਕੇਸ ਦੇ ਵਿੱਚ ਦੱਸ ਦਿਓ ਵੀ ਆਊਟਕਮ ਕੀ ਹੈਗੀ ਆ ਪੁਲਿਸ ਦੀ, ਤੇ ਫਿਰ ਤਾਂ ਪਤਾ ਲੱਗੇ ਨਾ ਕਿ ਆਊਟਕਮ ਆ ਹੈਗੀ ਹੈ ਜੀ, ਅਸੀਂ ਤਾਂ ਸਾਰਾ ਕੁਝ ਕਰ ਰਹੇ ਹੈਗੇ ਆ। ਠੀਕ ਹੈ, ਆਊਟਕਮ ਪੁਲਿਸ ਦੀ ਗੱਲ ਕਰਦੇ ਹਾਂ, ਆਪਾਂ ਇੱਕ ਵਾਰੀ ਗੈਂਗਸਟਰਾਂ ਦੀ ਵੀ ਗੱਲ ਕਰ ਲਈਏ। ਇੰਨੀ ਜਲਦੀ, ਇੰਨੀ ਤੇਜ਼ੀ ਨਾਲ ਇੱਕੋ ਦਮ ਜਿਹੜੇ ਗੈਂਗਸਟਰ ਐਕਟਿਵ ਹੋ ਜਾਂਦੇ ਨੇ ਪੰਜਾਬ ਦੇ ਵਿੱਚ, ਗੈਂਗ ਵਾਰਾਂ ਦਾ ਜਿਸ ਤਰੀਕੇ ਨਾਲ ਡੀਜੀਪੀ ਨੇ ਜ਼ਿਕਰ ਕੀਤਾ ਕਿ ਗੈਂਗ ਵਾਰ ਸੀ, ਇਹ ਗੈਂਗ ਵਾਰ ਦੇ ਵਿੱਚ ਸ਼ਾਮਿਲ ਸੀ, ਲੱਗਦਾ ਕਿ ਬਾਕੀ ਗੈਂਗ ਵਾਰਾਂ ਚੱਲ ਰਹੀਆਂ ਜਾਂ ਕੋਈ ਹੋਰ ਚੀਜ਼ ਚੱਲ ਰਹੀ? ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਸਾਰੇ। ਤੁਸੀਂ ਜਦੋਂ ਸਵੇਰੇ ਅਖਬਾਰ ਚੱਕਦੇ ਆ, ਹਰ ਰੋਜ਼ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਜੀ ਫਲਾਣੇ ਗੈਂਗ ਵਾਲਿਆਂ ਨੇ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਤੁਹਾਨੂੰ ਸਵੇਰੇ ਅਖਬਾਰ ਚੱਕ ਕੇ ਪਤਾ ਲੱਗਦਾ ਹੈਗਾ ਕਿ ਪੁਰਾਣੇ ਜੇਲ੍ਹ ਦੇ ਵਿੱਚੋਂ ਫਲਾਣੇ ਗੈਂਗਸਟਰ ਨੇ ਫਲਾਣੇ ਨੂੰ ਫਰੌਤੀ ਲਈ ਫੋਨ ਕੀਤਾ, ਫਲਾਣੇ ਗੈਂਗਸਟਰ ਦੇ ਫਲਾਣੇ ਜਿਹੜੇ ਹੈਗੇ ਮੰਤਰੀ ਦੇ ਨਾਲ ਸੰਬੰਧ ਹੈਗੇ, ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈਗਾ। ਤੇ ਫਿਰ ਤੁਸੀਂ ਕਿਹਦੀ ਆਸ ਰੱਖ ਰਹੇ ਹੈਗੇ ਆ? ਕਿੱਥੇ ਤੁਸੀਂ ਕੀ ਸੋਚ ਰਹੇ ਹੈਗੇ ਆ? ਕੀ ਤੁਸੀਂ ਮਤਲਬ ਇਹਨਾਂ ਚੀਜ਼ਾਂ ਤੋਂ ਤਵੱਕੋ ਕਰਦੇ ਹੈਗੇ ਆ? ਸਵਾਲ ਇਹ ਹੈਗਾ ਜੀ ਕਿ ਪੰਜਾਬ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਆ ਔਰ ਇਹ ਸਰਕਾਰ ਜਿਹੜੀ ਹੈਗੀ ਇਹਨੂੰ ਸੰਭਾਲਣੇ ਔਖੇ ਹੋ ਜਾਣਗੇ। ਇਹ ਗੱਲਾਂ ਕੀ ਕਰਦੇ ਫਿਰਦੇ ਆ? ਲਾ ਐਂਡ ਆਰਡਰ। ਜਦੋਂ ਕਿਸੇ ਮੰਤਰੀ ਤੋਂ ਪੁੱਛਿਆ ਜਾਂਦਾ ਉਹ ਕਹਿੰਦਾ ਜੀ ਸਾਡੀ ਹਾਲੇ 70 ਦਿਨ ਦੀ ਸਰਕਾਰ ਆ, ਸਾਨੂੰ ਟਾਈਮ ਦਿਓ। ਉਹ 70 ਦਿਨ ਦੀ ਸਰਕਾਰ ਆ, ਤੁਸੀਂ ਡਿਵੈਲਪਮੈਂਟ ਕਰੋ ਜਾਂ ਨਾ ਕਰੋ,
ਤੁਹਾਡੇ ਕੋਲ ਹਾਲੇ ਪੈਸੇ ਨਹੀਂ ਹੈਗੇ। ਤੁਸੀਂ ਹੋਰ ਜਿਹੜੇ ਕੰਮ ਕਰਨੇ ਹੈਗੇ ਆ, ਤੁਸੀਂ ਐਜੂਕੇਸ਼ਨ ਦੀ ਗੱਲ ਕਰ ਲਓ, ਤੁਸੀਂ ਜਿਹੜੇ ਮੁਹੱਲਾ ਕਲੀਨਿਕਾਂ ਦੀ ਗੱਲ ਕਰ ਲਓ, ਡਿਲੇ ਕਰ ਦਿਓ। ਤੁਸੀਂ ਘੱਟੋ ਘੱਟ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਤਾਂ ਕਰੋ। ਔਰ ਜਾਨ ਮਾਲ ਦੀ ਹਿਫਾਜ਼ਤ ਦੇ ਸਭ ਤੋਂ ਵੱਧ ਜਿਹੜਾ ਹੈਗਾ ਥ੍ਰੈਟ ਹੈਗਾ। ਔਰ ਤੁਸੀਂ ਥ੍ਰੈਟ ਕੀ ਹੈਗਾ ਉਹੀ ਦੇਖੋ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਨਾ ਜਿਹੜਾ 1947 ਤੋਂ ਪਹਿਲਾਂ ਅੰਗਰੇਜ਼ਾਂ ਦਾ ਸਿਸਟਮ ਸੀ, ਉਹਦੇ ਵਿੱਚ ਬਹੁਤ ਸਾਰੀਆਂ ਉਹ ਸੀ। ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀ, ਉਹਨਾਂ ਦਾ ਸਿਸਟਮ ਇਸ ਹਿਸਾਬ ਨਾਲ ਬਣਾਇਆ ਜਾਂਦਾ ਸੀ ਕਿ ਪਿੰਡ ਦੇ ਵਿੱਚ ਚੌਕੀਦਾਰ, ਲੰਬੜਦਾਰ, ਇਹ ਜੈਲਦਾਰ, ਜ਼ਗੀਰਦਾਰ ਆਪਣੇ ਬੰਦੇ ਇਸ ਹਿਸਾਬ ਨਾਲ ਪਾਲੇ ਵੀ ਹੁੰਦੇ ਸੀ ਕਿ ਸ਼ਾਮ ਨੂੰ SHO ਨੂੰ ਸਾਰੇ ਏਰੀਏ ਦੀ ਖਬਰ ਹੁੰਦੀ ਸੀ। ਅੱਜ ਉਹ ਚੀਜ਼ਾਂ ਜਿਹੜਾ SHO ਦਾ ਇੱਕ ਇੰਟੈਲੀਜੈਂਸ ਦਾ ਸੋਰਸ ਸੀ, ਉਹ ਤਾਂ ਤੁਸੀਂ ਖਤਮ ਕਰਤਾ। ਜੇ ਮੰਨ ਲੈਂਦੇ ਆ ਜੇ ਖਬਰ ਵੀ ਹੋਵੇ, ਫਿਰ ਕੀ ਇਹ ਕਾਰਵਾਈ ਕਰਦੇ ਆ ਜਾਂ ਕਰਨਗੇ? ਦੇਖੋ ਸਵਾਲ ਇਹ ਖਬਰ ਹੈਗਾ, ਤਾਂ ਹੁਣ ਵੀ ਸੀ, ਖਬਰ ਤਾਂ ਹੁਣ ਵੀ ਸੀ ਨਾ ਇਹਨਾਂ ਨੂੰ ਵੀ। ਉਹ ਤਾਂ ਹੁਣ ਬੰਦੇ ਦੀ ਆਪ ਦੀ ਜਿਹੜੀ ਹੈਗੀ ਹੈ ਜ਼ਹਿਮੀਅਤ ਹੈ, ਜਿਹੜੀ ਨੇ ਉਹਨੂੰ ਜਿਹੜਾ ਹੈਗਾ ਕੰਮ ਕਰ। ਔਰ ਤੁਸੀਂ ਇੱਕ ਗੱਲ ਨਾ ਕਰੋ, ਤੁਸੀਂ ਅੱਜ ਪੁਲਿਸ ਹੈ ਜਿਹੜੀ, ਪੁਲਿਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਬੁਰੇ ਤਰੀਕੇ ਦੇ ਨਾਲ ਚੁੰਗਲ ਦੇ ਥੱਲੇ ਕੰਮ ਕਰ ਰਹੀ ਹੈਗੀ ਹੈ। ਤੁਸੀਂ ਦੇਖੋ, ਇਹ ਥ੍ਰੈਟ ਪਰਸੈਪਸ਼ਨ ਹੈਗੀ ਆ, ਇਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਹੋਰ ਬਹੁਤ ਸਾਰੇ ਇਹੋ ਜਿਹੇ ਕੰਮ ਹੋਏ ਜਿਨ੍ਹਾਂ ਦੇ ਵਿੱਚ ਕੋਈ ਕਾਰਵਾਈਆਂ ਨਹੀਂ ਹੋਈਆਂ। ਇੱਕ ਬੱਗੇ ਨੂੰ ਚੱਕਣ ਤੁਰ ਪੈਂਦੇ ਆ ਦਿੱਲੀ ਤੋਂ, ਫਿਰ ਜੀ ਉਹ ਕੁਮਾਰ ਵਿਸ਼ਵਾਸ ਦੇ ਹੀਅਰਸੇ ਤੇ ਜਿਹੜਾ ਹੈਗਾ FIR ਦਰਜ ਕਰ ਲੈਂਦੇ ਆ, ਅਲਕਾ ਲਾਂਬਾ ਤੇ ਪਰਚਾ ਦਰਜ ਕਰ ਲੈਂਦੇ। ਕੀ ਹੋ ਰਿਹਾ ਹੈ? ਕੀ ਇਹ ਜਿਹੜਾ ਹੈਗਾ ਕੀ ਮਤਲਬ ਪੁਲਿਸ ਨੂੰ ਇਹ ਕੰਮ ਰਹਿ ਗਏ ਹੁਣ? ਕੀ ਇਹ ਕੰਮ ਹੈ? ਔਰ ਦੂਜੀ ਗੱਲ, ਤੁਸੀਂ ਕਰਦੇ ਕੀ ਹੈਗੇ ਆ, ਤੁਸੀਂ ਇੱਕ ਆਰਡਰ ਕਰਦੇ ਹੈਗੇ ਆ, ਉਸ ਆਰਡਰ ਨੂੰ ਸ਼ਾਮ ਨੂੰ ਜਿਹੜਾ ਹੈਗਾ ਉਹਦੇ ਤੇ ਯੂ ਟਰਨ ਮਾਰ ਲੈਂਦੇ। ਕੁਝ ਦਿਨ ਪਹਿਲਾਂ ਉਹ ਰਿਕਸ਼ਾ ਰੇਹੜੀਆਂ ਜਿਹੜੀਆਂ ਹੈਗੀਆਂ ਆਪਣਾ ਮੋਟਰਸਾਈਕਲ ਦੇ ਨਾਲ ਜੋੜੀਆਂ ਵੀ ਆ, ਉਹ ਜੋੜ ਕੇ ਉਹਦੇ ਉੱਤੇ ਬਹੁਤ ਵੱਡੀ ਕੰਟਰੋਵਰਸੀ ਹੋਈ। ਇੱਕ ਦਿਨ ਦੇ ਵਿੱਚ ਉਹਨਾਂ ਨੇ ਨੱਕ ਦੇ ਵਿੱਚ ਦਮ ਲਿਆਤਾ ਔਰ ਉਸ ਤੋਂ ਬਾਅਦ ਉਹ ਰੈਗੂਲਰਾਈਜ਼ ਕਰਤੀਆਂ। ਹੁਣ ਉਹਨਾਂ ਦੇ ਨਾਲ ਜੇ ਕੋਈ ਬੰਦਾ ਮਰੂਗਾ, ਉਹਨਾਂ ਰੇਹੜੀਆਂ ਦੀ ਇੰਸ਼ੋਰੈਂਸ ਕਿੱਥੇ ਆ? ਜਿਹੜਾ ਮਰੂਗਾ ਉਹਦਾ ਪਰਿਵਾਰ ਇੰਸ਼ੋਰੈਂਸ ਕਿੱਥੋਂ ਲਊਗਾ, ਕਲੇਮ ਕਿੱਥੋਂ ਕਰੂਗਾ? ਜੇ ਉਹ MSCT ਦੇ ਵਿੱਚ ਕੇਸ ਫਾਈਲ ਕਰਦਾ ਹੈਗਾ ਤਾਂ ਉਹ ਕਲੇਮ ਲਊਗਾ ਕਿੱਥੋਂ? ਔਰ ਜਿਹੜਾ ਰਿਕਸ਼ਾ ਰੇਹੜੀ ਚਲਾਉਣ ਵਾਲਾ, ਉਹਦੀ ਜਾਇਦਾਦ ਤਾਂ ਸਾਰੀ ਦੀ ਸਾਰੀ 50,000 ਰੁਪਏ ਦੀ ਹੋਊਗੀ, ਉਹ ਵਸੂਲੀ ਕਿੱਥੇ ਤੋਂ ਕਰੂਗਾ? ਔਰ ਤੁਸੀਂ ਰਿਕਸ਼ਾ ਰੇਹੜੀਆਂ ਤੇ 50-50 ਫੁੱਟ ਲੰਬਾ ਸਰੀਆ ਲੱਦ ਕੇ ਜਾ ਰਹੇ ਹੈਗੇ ਆ ਔਰ ਹਾਈਵੇ ਤੇ ਜਾ ਰਹੇ ਹੈਗੇ ਆ। ਹਾਈਵੇ ਦੇ ਉੱਤੇ ਜੂਸ ਦੀਆਂ ਰੇਹੜੀਆਂ ਖੜੀਆਂ ਹੈਗੀਆਂ। ਮੈਂ ਪੁੱਛਦਾ ਕਾਨੂੰਨ ਕਿੱਥੇ ਹੈ? ਕਾਨੂੰਨ ਤਾਂ ਜਿਹੜਾ ਹੈਗਾ ਟੋਟਲੀ ਪੰਜਾਬ ਦੇ ਵਿੱਚੋਂ ਆਊਟ ਹੈ। ਕੀਤਾ ਕੀ ਜਾਵੇ, ਕੀ ਐਕਸ਼ਨ ਲਿੱਤਾ ਜਾਵੇ, ਕਿਸ ਤਰੀਕੇ ਨਾਲ ਹੁਣ ਲੋਕ ਨੇ ਜਿਹੜੇ ਆਪਣੀ ਸੁਰੱਖਿਆ ਕਰਨ? ਕਿਉਂਕਿ ਕੱਲ ਨੂੰ ਤੁਹਾਨੂੰ ਮੈਨੂੰ ਕਿਸੇ ਨੂੰ ਵੀ ਫਿਰ ਕਾਲ ਆਵੇ ਤਾਂ ਕੀ ਕਿੱਧਰ ਜਾਊਗਾ? ਮੈਂ ਇੱਕੋ ਗੱਲ ਕਰਾਂ, ਇਹ ਚੀਜ਼ਾਂ ਜਦੋਂ ਹੁੰਦੀਆਂ ਨਾ, ਇਹ ਜਦੋਂ ਲੋਕ ਵੋਟਾਂ ਪਾਉਂਦੇ ਆ, ਠੀਕ ਹੈ ਨਹੀਂ, ਬਦਲਾ ਬਦਲਾ ਬਦਲਾ, ਹੁਣ ਤੁਸੀਂ ਬਹੁਤ ਬਦਲਾ ਦੇਖੇ ਲਿਆ ਰਹੇ ਆ ਤੁਸੀਂ। ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਜਿਹੜਾ ਹੈਗਾ, ਇਹ ਸਭ ਕਾਸੇ ਤੋਂ ਉੱਪਰ ਉੱਠ ਕੇ ਜਿਹੜੇ ਜਿਹੜੇ ਬੰਦੇ ਹੈਗੇ ਆ, ਜਿਹੜੇ ਅਲੱਗ-ਅਲੱਗ ਫੀਲਡਾਂ ਦੇ ਨਾਲ ਜੁੜੇ ਹੋਏ ਹੈਗੇ ਆ, ਜਿਨ੍ਹਾਂ ਦੀ ਕੋਈ ਆਪ ਦੀ ਕ੍ਰੈਡੀਬਿਲਿਟੀ ਹੈਗੀ ਆ, ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਲਿਆ ਕੇ ਇਹਦੇ ਵਿੱਚ ਫਿੱਟ ਕਰਨਾ ਪਊਗਾ। ਹੁਣ ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਦੱਸਦਾ, ਹੁਣ ਚਾਹੇ ਇਹਨੂੰ ਕੋਈ ਮਾੜਾ ਸਮਝੇ ਜਾਂ ਚੰਗਾ ਸਮਝੇ, ਇਹਨਾਂ ਨੇ ਪਹਿਲਾਂ 5 ਮੰਤਰੀ ਉਹ ਕਰੇ, ਰਾਜ ਸਭਾ ਦੇ ਵਿੱਚ ਮੈਂਬਰ ਭੇਜੇ। ਮੈਨੂੰ ਉਹਨਾਂ ਚੋਂ ਇੱਕ ਦੀ ਕੋਈ ਉਹ ਦੱਸੋ ਕਿ ਉਹ ਬੰਦਾ ਜਿਹੜਾ ਹੈਗਾ ਕਿ ਮਨਮੋਹਨ ਸਿੰਘ ਦੇ ਕੈਲੀਬਰ ਦਾ ਹੈਗਾ, ਜਿਹੜਾ ਜਾ ਕੇ ਰਾਜ ਸਭਾ ਦੇ ਵਿੱਚ ਭੜਥੂ ਪਾ ਦੂਗਾ, ਪੰਜਾਬ ਦੇ ਲਈ ਜਿਹੜਾ ਹੈਗਾ ਆਹ ਕੰਮ ਕਰਕੇ ਲੈ ਕੇ ਆਊਗਾ। ਸਭ ਤੋਂ ਪਹਿਲਾਂ ਇਹਨਾਂ ਨੇ ਸਭ ਤੋਂ ਵੱਧ ਜਿਹੜਾ ਹੈਗਾ ਸੀ ਪ੍ਰਾਈਵੇਟੇਸ਼ਨ ਜਿਹੜੀ ਯੂਨੀਵਰਸਿਟੀ ਦੀ, ਸਕੂਲਾਂ ਦੀ ਕਰੀ ਇਹਨਾਂ ਨੇ। ਉਹਦਾ ਮਾਲਕ ਜਿਹੜਾ ਹੈਗਾ ਰਾਜ ਸਭਾ ਦੇ ਵਿੱਚ ਭੇਜਤਾ, ਸਾਰੇ ਕਾਸੇ ਤੇ ਪਾਣੀ ਫੇਰਤਾ, ਠੀਕ ਹੈ। ਉਸ ਤੋਂ ਪਹਿਲਾਂ ਜਿਹੜਾ ਇਸ ਦੇ ਵਿੱਚ ਫੰਡਾਂ ਦੀ ਐਮਬੈਜ਼ਲਮੈਂਟ ਹੋਈ, ਜਿਵੇਂ ਵਜੀਫਿਆਂ ਦੀ, ਠੀਕ ਹੈ, ਉਸ ਦੇ ਵਿੱਚ ਪਹਿਲੀ ਕਾਂਗਰਸ ਸਰਕਾਰ ਕਰਕੇ ਗਈ। ਇਹ ਜਾਂਦੇ ਹੋਏ ਇੱਕ ਮਤਾ ਪਾਸ ਕਰ ਗਏ
ਵੀ ਇਹਨਾਂ ਬੰਦਿਆਂ ਦੇ ਉੱਤੇ FIR ਨਾ ਦਰਜ ਕਰੀਆਂ ਜਾਣ, ਇਹਨਾਂ ਤੋਂ 6% ਇੰਟਰਸਟ ਦੇ ਨਾਲ ਪੈਸੇ ਵਸੂਲੇ ਕਰੇ ਜਾਣ। ਉਹ ਤੁਸੀਂ ਦੱਸੋ, ਇੱਕ ਕ੍ਰਾਈਮ ਕਰ ਰਿਹਾ ਬੰਦਾ, ਉਹਨੂੰ ਤੁਸੀਂ ਮਾਫੀ ਦੇ ਰਹੇ ਆ ਇਨਡਾਇਰੈਕਟਲੀ ਤਰੀਕੇ ਦੇ ਨਾਲ, ਉਹਨਾਂ ਨੇ ਉਹ ਵੀ ਨਹੀਂ ਪੈਸੇ ਕਿਸੇ ਨੇ ਜਮ੍ਹਾਂ ਕਰਾਏ। ਸਰਕਾਰ ਬਣੂ ਕੀ ਮੁਲਕ ਦਾ, ਤੁਸੀਂ ਇਹ ਤਾਂ ਸੋਚੋ ਨਾ। ਔਰ ਦੂਜੇ ਪਾਸੇ ਇੱਕ ਬੰਦਾ ਜਿਹੜਾ ਉਹ ਭੇਜਿਆ ਜਾਂਦਾ ਹੈਗਾ, ਚਲੋ ਉਹਨਾਂ ਦੀ ਗੱਲ ਛੱਡੋ, ਹੁਣ ਸੰਤ ਸੀਚੇਵਾਲ ਦੀ ਗੱਲ ਕਰ ਲਓ। ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਹੜਾ ਬੰਦਾ ਇੱਕ ਪੋਸਟ ਤੇ ਜਾ ਕੇ ਬੈਠ ਜਾਂਦਾ ਹੈ, ਜੋ ਉਹ ਪੰਜਾਬ ਲਈ ਸੰਤ ਸੀਚੇਵਾਲ ਕਰ ਰਹੇ ਸੀ, ਕੀ ਉਹ ਕਰਨਗੇ? ਕੀ ਉਹ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਬੋਲਣ ਤੋਂ ਇੱਕ ਕਿਸਮ ਦਾ ਬੰਦ ਕਰਾ ਦਿੱਤਾ ਗਿਆ, ਉਹਨਾਂ ਦੀਆਂ ਇੱਕ ਲਿਮਿਟਸ ਬਣਾ ਦਿੱਤੀਆਂ ਗਈਆਂ? ਸੋ ਕਿਸੇ ਤਰੀਕੇ ਤੇ ਤੁਰੀ ਸਰਕਾਰ, ਜਾਂ ਤਾਂ ਆਪਣਾ ਬਣਾ ਲਓ ਜਾਂ ਫਿਰ ਚੁੱਪ ਕਰਾ ਲਓ। ਬਿਲਕੁਲ, ਦੇਖੋ ਮੈਨੂੰ ਤਾਂ ਇਹੀ ਲੱਗਦਾ ਹੈਗਾ ਕਿ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ ਬਦ ਤੋਂ ਬਦਤਰ ਹੋ ਰਹੇ ਆ। ਅੱਜ ਆਨਰੇਬਲ ਹਾਈ ਕੋਰਟ ਜਿਹੜੀ ਹੈਗੀ ਆ, ਉਸ ਨੇ ਇੱਕ ਨੋਟਿਸ ਕੀਤਾ ਹੈਗਾ। ਮੈਂ ਸਮਝਦਾ ਕਿ ਇਸ ਤੋਂ ਵੀ ਅੱਗੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ। ਇਸ ਕੇਸ ਦੇ ਵਿੱਚ ਆ ਜਿਹੜਾ ਸਿੱਧੂ ਮੂਸੇਵਾਲੇ ਦਾ ਅੱਜ ਕੇਸ ਚੱਲਿਆ ਹੈਗਾ, ਦੇਖੋ ਮੈਂ ਤੁਹਾਡੇ ਚੈਨਲ ਦੇ ਇੱਕ ਗੱਲ ਕਹਾਂ ਕਿ ਪੁਲਿਸ ਦੀ ਪੰਜਾਬ ਦੇ ਨਹੀਂ, ਸਾਰੇ ਹਿੰਦੁਸਤਾਨ ਦੇ ਵਿੱਚ ਪੁਲਿਸ ਦੀ ਜਿਹੜੀ ਐਕਟੀਵਿਟੀ ਹੈਗੀ ਆ, ਆਊਟਕਮ ਹੈਗੀ ਆ, ਉਹ ਜ਼ੀਰੋ ਹੈ। ਹੁਣ ਤੁਸੀਂ ਪੁੱਛੋ ਕਿਵੇਂ? ਮੈਂ ਤੁਹਾਨੂੰ ਨਾ ਕੰਪੈਰੀਜ਼ਨ ਕਰਕੇ ਦੱਸਦਾ। ਜੇ ਅਮਰੀਕਾ ਦੇ ਵਿੱਚ ਕੋਈ ਐਕਸੀਡੈਂਟ ਵੀ ਹੋ ਗਿਆ, ਤੁਸੀਂ ਉਸ ਗੱਡੀ ਦੇ ਨੇੜੇ ਨਹੀਂ ਜਾ ਸਕਦੇ। ਤੁਸੀਂ ਬੰਦਾ ਵਿੱਚ ਜਿੰਨਾ ਮਰਜ਼ੀ ਫਸਿਆ ਵਾ ਹੋਵੇ, ਤੁਸੀਂ ਉਹਨੂੰ ਕੱਢ ਨਹੀਂ ਸਕਦੇ। ਕਾਰਨ ਕੀ ਹੈ ਕਿ ਉਹਨਾਂ ਨੇ ਇੰਨੇ ਤਰੀਕੇ ਦੇ ਨਾਲ ਗੱਡੀ ਨੂੰ ਕੱਟ ਕੇ ਬਾਹਰ ਕੱਢ ਲੈਣਾ, ਤੁਸੀਂ ਤਾਂ ਖਿੱਚ ਬੰਦਾ ਤੋੜ ਦੋਗੇ। ਹੁਣ ਕੱਲ ਜਦੋਂ ਸਿੱਧੂ ਮੂਸੇਵਾਲ ਦਾ ਮਰਡਰ ਹੁੰਦਾ ਹੈਗਾ, ਉਸ ਲਈ ਸਭ ਤੋਂ ਵੱਡੀ ਪਲੇਸ ਕਿਹੜੀ ਹੈਗੀ ਆ? ਉਹਦੀ ਗੱਡੀ, ਉਹਦਾ ਆਲਾ ਦੁਆਲਾ, ਜਿੱਥੇ ਉਹਦੀਆਂ ਪੈੜਾਂ ਸੀ ਉਹਨਾਂ ਬੰਦਿਆਂ ਦੀਆਂ। ਲੋਕ ਜੀ ਉਹਦੀ ਗੱਡੀ ਦੇ ਵਿੱਚ ਫੋਟੋਆਂ ਖਿੱਚ ਰਹੇ ਹੈਗੇ ਆ, ਮੂਵੀਆਂ ਬਣਾ ਰਹੇ ਆ, ਐਂ ਹੱਥ ਪਾਏ ਵੇ ਹੈਗੇ ਆ। ਉਸ ਤੋਂ ਬਾਅਦ ਅੱਜ ਮੈਂ ਦੇਖ ਰਿਹਾ ਸੀ ਕਿ ਜਿਹੜੀਆਂ ਕੰਧਾਂ ਦੇ ਵਿੱਚ ਗੋਲੀਆਂ ਵੱਜੀਆਂ ਵੀਆਂ, ਉਹਦੇ ਤੇ ਐਂ ਗੋਲੀਆਂ ਲਾ ਕੇ, ਹੱਥ ਲਾ ਕੇ ਉਹਨਾਂ ਦੀਆਂ। ਉਹ ਕਿੱਥੇ ਆ ਤੁਹਾਡੀ ਫੋਰੈਂਸਿਕ ਸਾਇੰਸ? ਕਿੱਥੇ ਆ ਤੁਹਾਡੀ ਇਨਵੈਸਟੀਗੇਸ਼ਨ? ਖਤਮ ਹੈ ਕੰਮ। ਮੈਂ ਕਹਿਣਾ ਮੈਂ ਤਾਂ ਵਕੀਲ ਹੈ, ਮੈਂ ਜਦੋਂ ਇਨਵੈਸਟੀਗੇਸ਼ਨਾਂ ਦੇਖਦਾ ਨਾ ਕੋਰਟਾਂ ਦੇ ਵਿੱਚ, ਚਾਹੇ ਉਹ ਮਰਡਰ ਦੀ ਇਨਵੈਸਟੀਗੇਸ਼ਨ ਹੈ, ਚਾਹੇ ਉਹ ਕਿਸੇ ਹੋਰ ਕੇਸ ਦੀ ਇਨਵੈਸਟੀਗੇਸ਼ਨ ਹੈ, ਉਹ ਜਿਵੇਂ ਨਾ ਜੋ ਕੰਪਲੇਨੈਂਟ ਨੇ ਸਟੋਰੀ ਲਿਖਾਤੀ, ਉਹ ਸਟੋਰੀ ਲੈ ਕੇ ਜਿਹੜਾ ਹੈਗਾ ਯੋ ਆ ਜਾਂਦਾ। ਉਹਦਾ ਦਿਮਾਗ ਆਪਣਾ ਕਿਤੇ ਨਹੀਂ ਵਰਤਿਆ ਵਾ ਹੁੰਦਾ, ਠੀਕ ਹੈ ਨਹੀਂ ਬਈ? ਮਤਲਬ ਜਿੱਥੇ ਕੋਈ ਮਰਡਰ ਹੁੰਦਾ ਹੈ ਜਾਂ ਘਟਨਾ ਹੁੰਦੀ ਹੈਗੀ ਆ, ਉੱਥੇ ਦੇ ਹਾਲਾਤ ਕੀ ਹੈਗੇ, ਦੂਏ ਦੀ ਜਗ੍ਹਾ ਕੀ ਹੈਗੀ ਆ, ਕਿਸ ਤਰ੍ਹਾਂ ਦੇ ਨਾਲ ਉੱਥੇ ਹੋ ਸਕਦਾ, ਕੋਈ ਪਤਾ ਨਹੀਂ ਹੈਗਾ। ਕੋਈ ਮਤਲਬ ਗਾਂ ਸਾਡੇ ਪ੍ਰਮਾਤਮਾ ਕਿਰਪਾ ਕਰੇ, ਜੋ ਸਟੋਰੀ ਜੀ ਜੱਜ ਪੁਲਿਸ ਲੈ ਕੇ ਆਈ ਆ, ਬਸ ਉਹ ਸੱਚ ਹੈ, ਠੀਕ ਹੈ। ਕੋਈ ਸਵਾਲ ਜਵਾਬ ਮੈਂ ਕਿਹਾ ਜੀ ਕੋਈ ਸਵਾਲ ਜਵਾਬ ਨਹੀਂ। ਚੱਲ 20 ਸਾਲ ਦੀ ਸਜ਼ਾ, ਚੱਲ 8 ਸਾਲ ਦੀ ਸਜ਼ਾ, ਚੱਲ 10 ਸਾਲ ਦੀ ਸਜ਼ਾ। ਦੂਜੇ ਪਾਸੇ ਹੁਣ ਮੈਂ ਥੋੜੀ ਜਿਹੀ ਹੋਰ ਗੱਲ ਕਰ ਦੇਵਾਂ। ਮੈਂ ਪੁੱਛਦਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਿੰਨੇ ਲੋਕ ਹੈ ਜਿਹੜੇ ਬਿਮਾਰ ਹੈ? ਕੀ ਉਹਨਾਂ ਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਹੁੰਦੇ ਆ ਜਿੱਥੇ ਮੈਂ ਗੱਲ ਕਹਿ ਰਿਹਾ? ਤੁਸੀਂ ਸਮਝਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਭੋਜਨ ਮਿਲਦੇ ਆ? ਕਿ ਜੇਲ੍ਹ ਦੇ ਵਿੱਚ ਕਦੇ ਕਿਸੇ ਨੂੰ ਸੂਪ, ਜੂਸ, ਕਦੇ ਤੁਸੀਂ ਬੋਲਦਾ ਨਹੀਂ 6 ਟਾਈਮ ਦਾ ਖਾਣਾ ਕੀ ਮਿਲਿਆ? ਕੀ ਤੁਸੀਂ ਜੇਲ੍ਹ ਮੈਨੂਅਲ ਤੋੜਤਾ? ਜੇਲ੍ਹ ਮੈਨੂਅਲ ਦੇ ਵਿੱਚ ਲਿਖਿਆ 6 ਵਜੇ ਖਾਣਾ ਦੇ ਕੇ ਤੁਹਾਨੂੰ ਬੈਰਕਾਂ 'ਚ ਬੰਦ ਕਰ ਦੇਣਾ। ਤੁਸੀਂ ਜੇਲ੍ਹ ਦੇ ਧੱਜੀਆਂ ਉਡਾ ਕੇ ਰੱਖਤੀਆਂ, ਔਰ ਸਾਰੀ ਜਿਹੜੀ ਹੈਗੀ ਆਨਰੇਬਲ ਹਾਈ ਕੋਰਟ ਚੁੱਪ ਬੈਠੀ ਹੈਗੀ ਆ। ਕੋਈ ਉਹਦੇ ਤੇ ਜਿਹੜਾ ਹੈਗਾ, ਮੈਂ ਕਹਿੰਦਾ ਜੇਲ੍ਹ ਮੈਨੂਅਲ ਦੇ ਮੁਤਾਬਿਕ ਚੱਲਣਾ। ਜੱਜਾਂ ਦੂਸਰੇ ਪਾਸੇ ਡਾਕਟਰ ਇੱਕ ਲਿਖ ਕੇ ਦੇ ਰਿਹਾ ਹੈਗਾ ਕਿ ਆਹ ਜਿਹੜਾ ਖਾਣਾ ਪ੍ਰੋਵਾਈਡ ਕੀਤਾ ਜਾਵੇ ਫਲਾਣਾ। ਮੈਂ ਦੂਜੇ ਪਾਸੇ ਪੁੱਛਦਾ, ਕੁਝ ਦਿਨ ਪਹਿਲਾਂ ਤੁਹਾਡੇ ਇੱਕ ਕਿਸੇ ਚੈਨਲ ਦੇ ਜਿਹੜੇ ਹੈਗੇ ਆ ਮਾਲਕ, ਉਹਨਾਂ ਨੂੰ ਮੋਹਾਲੀ ਕੋਰਟ ਦੇ ਵਿੱਚੋਂ ਇੱਕ ਉਹਦੇ ਵਿੱਚ ਲਿਜਾਇਆ ਗਿਆ, ਹਸਪੀਟਲ ਦੇ ਵਿੱਚ ਲਗਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹਨੂੰ ਜਿਹੜਾ ਹੈਗਾ PGI ਲੈ ਜਾਓ ਇਮੀਡੀਏਟਲੀ, ਪਰ ਉਹਨੂੰ PGI ਨਹੀਂ ਲਿਜਾਇਆ ਗਿਆ, ਉਹਨੂੰ ਉਸੇ ਤਰ੍ਹਾਂ ਚੱਕ ਕੇ ਪਟਿਆਲਾ ਜੇਲ੍ਹ ਦੇ ਵਿੱਚ ਲਿਜਾਇਆ ਗਿਆ। ਮੈਂ ਪੁੱਛਦਾ ਵੀ ਦੋਹਰਾ ਮਾਪਦੰਡ
ਇਹ ਪੁਲਿਸ ਦਾ ਹੈ ਕਿ ਕੋਰਟਾਂ ਦਾ? ਆਹੀ ਨਤੀਜਾ ਜਿਹੜਾ ਅੱਜ ਅਸੀਂ ਗੈਂਗ ਵਾਰ ਜਿਹੜੀ ਇਹ ਉਹ ਦੇਖ ਰਹੇ ਹਾਂ, ਮਤਲਬ ਬਿਲਕੁਲ ਬਿਲਕੁਲ ਇਹ ਉਹੀ ਕੁਛ ਜਿਹੜਾ ਹੈਗਾ, ਇਹ ਜਿਹੜਾ ਹੈਗਾ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਅੰਨੀ ਪੀਂਦੀ ਆ ਕੁੱਤੇ ਚੱਟ ਰਹੇ ਆ, ਉਹ ਕੰਮ ਅੱਜ ਚੱਲ ਰਿਹਾ ਪੰਜਾਬ ਦੇ ਵਿੱਚ। ਆਉਣ ਵਾਲੇ ਟਾਈਮਾਂ ਦੇ ਵਿੱਚ ਮੈਂ ਇੰਨਾ ਗਰਮ ਬੋਲੀ ਜਾਂਦਾ, ਮੈਨੂੰ ਵੀ ਪਤਾ ਨਹੀਂ ਕਿਹੜਾ ਜਿਹੜਾ ਹੈਗਾ ਕਹਿ ਦੇਵੇ ਵੀ ਮੂੰਹ ਬੰਦ ਕਰ ਲਾ ਓਏ। ਸੋ ਇਹ ਹਾਲਾਤ ਪੈਦਾ ਹੋ ਚੁੱਕੇ ਆ। ਇੱਕ ਬੰਦੇ ਦੇ ਜਾਣ ਦਾ ਜਾਂ ਨਾ ਜਾਣ ਦਾ ਮਤਲਬ ਨਹੀਂ ਹੈਗਾ। ਸਵਾਲ ਇਹ ਹੈਗਾ ਹੈ ਸਾਰੀ ਪਬਲਿਕ ਹੈ ਜਿਹੜੀ, ਉਹਦਾ ਜਿਹੜਾ ਹੈਗਾ ਲਾਈਫ ਐਂਡ ਉਹਦੀ ਜਿਹੜੀ ਹੈਗੀ ਆ ਪ੍ਰੋਪਰਟੀ, ਉਹਦੀ ਰੱਖਿਆ ਕਿਵੇਂ ਕਰੇ? ਉਹ ਕਿਹਨੇ ਕਰਨੀ ਹੈ? ਉਹ ਸਰਕਾਰਾਂ ਨੇ ਕਰਨੀ ਹੈ, ਉਹ ਪੁਲਿਸ ਤੰਤਰ ਨੇ ਕਰਨੀ ਹੈ, ਉਹ ਜੁਡੀਸ਼ਰੀ ਨੇ ਕਰਨੀ ਹੈ। ਕੀ ਇਹ ਸਾਰੀਆਂ ਚੀਜ਼ਾਂ ਹੈ ਮੌਜੂਦ, ਜਾਂ ਇਹ ਜਿਹੜੀਆਂ ਹੈਗੀਆਂ ਹੌਲੀ 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 ਸਾਡੇ ਸਮਾਜ ਦੇ ਵਿੱਚ ਪਲਾਇਨ ਕਰਨ? ਬਿਲਕੁਲ, ਬਹੁਤ ਵੱਡੀ ਗੱਲ ਹੈ ਜਿਹੜੀ ਧਾਰੀ ਸਾਹਿਬ ਨੇ ਕਹੀ ਹੈ ਕਿ ਹੈ ਜਾਂ ਨਹੀਂ ਹੈ, ਕੁਐਸਚਨ ਜ਼ਰੂਰ ਹੈ, ਕਿਉਂਕਿ ਅਕਸਰ ਇਨਸਾਫ ਲਈ ਲੋਕ ਜਿਹੜੇ ਬੁੜੇ ਹੋ ਜਾਂਦੇ ਨੇ, ਅਕਸਰ ਆਪਣੀ ਰੱਖਿਆ ਕਰਨ ਜਾਂ ਆਪਣੇ ਪਰਿਵਾਰ ਦੀ ਰੱਖਿਆ ਲਈ ਆਪਣੀ ਜਾਨ ਤੱਕ ਦੇ ਦਿੰਦੇ ਨੇ, ਫਿਰ ਵੀ ਜਿਹੜਾ ਆ ਉਹਨਾਂ ਨੂੰ ਇਨਸਾਫ ਕਿਤੇ ਨਜ਼ਰ ਨਹੀਂ ਆਉਂਦਾ। ਧਾਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਚਰਚਾ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਅਮਰਦੀਪ ਧਾਰਨੀ ਹੋਣੀ, ਜਿਨ੍ਹਾਂ ਨੇ ਚਰਚਾ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ, ਖਾਸ ਕਰਕੇ ਜਿਹੜਾ ਸਿੱਧੂ ਮੂਸੇਵਾਲੇ ਕਤਲकांड ਨੂੰ ਲੈ ਕੇ ਤੇ ਅਦਾਲਤ ਦੇ ਰਵੱਈਏ ਨੂੰ ਲੈ ਕੇ, ਪੁਲਿਸ ਦੇ ਰਵੱਈਏ ਬਾਰੇ ਵੀ ਚਰਚਾ ਕੀਤੀ ਹੈ ਤੇ ਸਰਕਾਰ ਦੇ ਜੋ ਰਵੱਈਏ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਉਸ ਬਾਰੇ ਵੀ ਚਰਚਾ ਕੀਤੀ ਹੈ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਿਕ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।